ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਸੈਗਮੈਂਟ ਦੇ ਵਿੱਚ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਖੁੱਲ੍ਹ ਕੇ ਵਿਚਾਰ ਚਰਚਾ ਕਰਨੀ ਹੈ। ਆਓ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਹਾਂ। ਸਭ ਤੋਂ ਪਹਿਲੀ ਤੇ ਅਹਿਮ ਜਾਣਕਾਰੀ ਇਹ ਹੈ ਕਿ ਭਾਰਤੀ ਮੂਲ ਦੀ ਇੱਕ ਵਿਗਿਆਨਣ ਦੀ ਘਰ ਘਰ ਵਿੱਚ ਚਰਚਾ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਖਾਸ ਕਰਕੇ ਹੋਰ ਹੋਵੇਗੀ। ਕਾਰਨਾਮਾ ਉਹਨਾਂ ਨੇ ਕੀ ਕੀਤਾ ਹੈ, ਕੀ ਖੂਬਸੂਰਤੀ ਹੈ, ਕਿਉਂ ਲੋਕ ਉਸ ਦੀ ਗੱਲ ਕਰਨ ਲੱਗੇ ਨੇ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸੇ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੁਝ ਸਕੂਲ ਬੀਤੇ ਹਫ਼ਤੇ ਖੁੱਲ੍ਹ ਗਏ ਹੈ ਤੇ ਕਈ ਮੁਲਕਾਂ ਦੇ ਵਿੱਚ ਆਉਣ ਵਾਲੇ ਹਫ਼ਤੇ ਤੋਂ ਸਕੂਲਾਂ ਨੇ ਖੁੱਲ੍ਹਣਾ ਹੈ, ਜਿਸ ਦੇ ਕਾਰਨ ਮਾਪੇ, ਅਧਿਆਪਕ, ਪ੍ਰਸ਼ਾਸਨ ਤੇ ਬੱਚੇ ਚਿੰਤਾ ਵਿੱਚ ਨੇ। ਪਰ ਬਰਤਾਨੀਆ, ਅਮਰੀਕਾ ਅਤੇ ਕੈਨੇਡਾ ਦੇ ਵਿੱਚੋਂ ਜਿਹੜੀਆਂ ਕੁਝ ਖਬਰਾਂ ਮਿਲ ਰਹੀਆਂ ਨੇ ਉਹ ਹੈਰਾਨੀਜਨਕ ਨੇ ਕਿ ਜਿਹੜੇ ਬੱਚੇ ਸਕੂਲਾਂ ਵਿੱਚ ਗਏ ਨੇ ਉਹਨਾਂ ਵਿੱਚੋਂ ਕਿੰਨੇ ਸਕੂਲਾਂ ਦੇ ਵਿੱਚ ਕੋਵਿਡ ਦਾ ਪ੍ਰਕੋਪ ਫੈਲਿਆ। ਅਗਲੀ ਖਬਰ, ਸੁਮੇਧ ਸੈਣੀ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ, ਪਹਿਲਾਂ ਤਾਂ ਗਲੇ ਦੀ ਹੱਡੀ ਬਣਿਆ ਪਿਆ ਉਹਨਾਂ ਦੇ ਬਲਵੰਤ ਸਿੰਘ ਮੁਲਤਾਨੀ ਵਾਲਾ ਕੇਸ। ਪੰਜਾਬ ਸਰਕਾਰ ਭਗੌੜਾ ਐਲਾਨਣ ਦੀ ਪ੍ਰਕਿਰਿਆ ਆਰੰਭ ਕਰ ਚੁੱਕੀ ਹੈ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਧਰ ਕੱਲ੍ਹ ਨੂੰ ਉਮੀਦ ਕੀਤੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ 24 ਸਾਲ ਪੁਰਾਣਾ ਕੇਸ ਚੱਲ ਰਿਹਾ, ਉਹਦੇ ਵਿੱਚ ਵੀ ਲੱਗਦਾ ਹੈ ਕਿ ਘੱਟ ਹੋਣ ਵਾਲੀ ਨਹੀਂ ਹੈ। ਉਹ ਖਬਰ ਕੀ ਹੈ, ਉਹ ਜਾਣਕਾਰੀ ਵੀ ਸਾਂਝੀ ਕਰਾਂਗਾ। ਇਹਦੇ ਨਾਲ ਬੀਤੇ ਦਿਨੀ ਤੁਹਾਨੂੰ ਪਤਾ ਹੈ ਕਿ ਜਲੰਧਰ ਦੀ ਇੱਕ 15 ਵਰ੍ਹਿਆਂ ਦੀ ਮੁਟਿਆਰ ਨੇ ਡਾਕੂਆਂ ਦਾ ਕਹਿ ਲਈਏ, ਹਮਲਾਵਰਾਂ ਦਾ ਕਹਿ ਲਈਏ, ਠੱਗਾਂ ਦਾ ਕਹਿ ਲਈਏ, ਐਨ ਦਲੇਰੀ ਦੇ ਨਾਲ ਜ਼ਬਰਦਸਤ ਟਾਕਰਾ ਕੀਤਾ ਸੀ, ਪਰ ਫੋਨ ਨਹੀਂ ਸੀ ਖੋਹਣ ਦਿੱਤਾ। ਪਹਿਲਾਂ ਸਨਮਾਨ ਮਿਲ ਚੁੱਕਿਆ ਅਤੇ ਹੁਣ ਲੋਕ ਇਨਸਾਫ ਪਾਰਟੀ ਦੇ ਮੁਖੀ ਨੇ ਵੀ ਉਹਨਾਂ ਨੂੰ ਇੱਕ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸੇ ਤਰ੍ਹਾਂ ਕੈਨੇਡੀਅਨ ਲੋਕਾਂ ਦੇ ਵਾਸਤੇ ਇੱਕ ਬਹੁਤ ਅਹਿਮ ਖਬਰ ਹੈ। ਬੈਂਕ ਆਫ ਕੈਨੇਡਾ ਨੇ ਜਿਹੜਾ ਓਵਰਨਾਈਟ ਲੈਂਡਿੰਗ ਰੇਟ ਹੁੰਦਾ ਕਿ ਉਸ ਵਿੱਚ ਕੋਈ ਵਾਧਾ ਕੀਤਾ ਜਾਂ ਨਹੀਂ, ਇਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਦੋਸਤੋ, ਇਹ ਕੁਝ ਖਬਰਾਂ ਨੇ ਜਿਹੜੀਆਂ ਅੱਜ ਵਿਸਥਾਰ ਨਾਲ ਤੁਹਾਡੇ ਨਾਲ ਮੈਂ ਚਰਚਾ ਕਰਾਂਗਾ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਮੈਂ ਗੱਲਬਾਤ ਉਚੇਚੇ ਤੌਰ ਤੇ ਕਰਾਂ, ਅਪੀਲ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜ਼ਰੂਰ ਕਰ ਲਿਓ ਤਾਂ ਕਿ ਆਪਣਾ ਰੋਜ਼ਾਨਾ ਦਾ ਰਾਬਤਾ ਬਣਿਆ ਰਹੇ। ਇਹਦੇ ਨਾਲ ਜੇਕਰ ਤੁਹਾਨੂੰ ਜਾਣਕਾਰੀਆਂ ਪੁਖਤਾ ਲੱਗੀਆਂ, ਚੰਗੀਆਂ ਲੱਗੀਆਂ ਤਾਂ ਅੱਗੇ ਚੱਲ ਕੇ ਵੀਡੀਓ ਲਾਈਕ ਤੇ ਸ਼ੇਅਰ ਕਰਨੀ ਨਾ ਭੁੱਲਿਓ, ਤੁਹਾਡਾ ਦਿਲੋਂ ਧੰਨਵਾਦੀ ਹੋਵਾਂਗਾ। ਆਓ ਸਭ ਤੋਂ ਪਹਿਲਾਂ ਭਾਰਤੀ ਮੂਲ ਦੀ ਇੱਕ ਵਿਗਿਆਨਣ ਹੈ ਤੇ ਨਾਮ ਹੈ ਸੁਮੀ ਵਿਸ਼ਵਾਸ। ਅਸਲ ਦੇ ਵਿੱਚ ਕੋਲਕਾਤਾ ਦੀ ਰਹਿਣ ਵਾਲੀ ਸੀ। ਉੱਥੋਂ ਹੀ ਪੜ੍ਹ ਲਿਖ ਕੇ ਜਦੋਂ ਬਰਤਾਨੀਆ ਦੇ ਵਿੱਚ ਆਏ ਹੈ, ਇਹਨਾਂ ਨੇ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ ਆਫ ਡਾਕਟਰ ਭਾਵ PhD ਦੀ ਡਿਗਰੀ ਪ੍ਰਾਪਤ ਕੀਤੀ। ਸਿਰਫ PhD ਦੀ ਡਿਗਰੀ ਵੀ ਪ੍ਰਾਪਤ ਨਹੀਂ ਕੀਤੀ ਤੇ ਫਿਰ ਇਹ ਜੁਟ ਗਿਆ ਕਿ ਮੈਂ ਖੋਜਾਂ ਕਰਨੀਆਂ ਨੇ। ਮਲੇਰੀਏ ਦੀ ਦਵਾਈ ਬਣਾਉਣ ਦੇ ਵਿੱਚ ਵੀ ਇਸ ਸੁਮੀ ਵਿਸ਼ਵਾਸ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਸ ਵਕਤ ਵੀ ਇਹ ਚਰਚਾ ਵਿੱਚ ਆਏ ਸਨ ਤੇ ਹੁਣ ਦੁਨੀਆ ਭਰ ਦੇ ਵਿਗਿਆਨੀ ਅਤੇ ਦੁਨੀਆ ਭਰ ਦੀਆਂ ਸਰਕਾਰਾਂ ਇਸ ਵਕਤ ਸਿਰ ਤੋੜ ਯਤਨ ਕਰ ਰਹੀਆਂ ਨੇ ਕਿ ਕਰੋਨਾ ਵਾਇਰਸ ਦੀ COVID-19 ਦੀ ਕੋਈ ਦਵਾਈ ਤਿਆਰ ਕੀਤੀ ਜਾਵੇ। ਜਿਹੜੀਆਂ ਪਹਿਲੀ ਕਤਾਰ ਦੀਆਂ ਵੈਕਸੀਨ ਜਿਨ੍ਹਾਂ ਦੇ ਬਾਰੇ ਆਖਿਆ ਜਾ ਰਿਹਾ ਕਿ ਬਣ ਰਹੀਆਂ ਨੇ, ਹਿਊਮਨ ਟ੍ਰਾਇਲ ਚੱਲ ਰਹੇ ਨੇ, ਉਹਨਾਂ ਦੇ ਵਿੱਚ ਜਿਹੜੀ ਇੱਕ ਦਵਾਈ ਹੈ ਜਿਸ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਵਾਲੇ ਬਣਾਉਣ ਜਾ ਰਹੇ ਨੇ, ਉਹ ਸੁਮੀ ਵਿਸ਼ਵਾਸ ਦੀ ਖੋਜ ਹੈ। ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਸੁਮੀ ਵਿਸ਼ਵਾਸ ਨੇ ਦੱਸਿਆ ਕਿ ਜਿਹੜੀ ਵੈਕਸੀਨ COVID-19 ਦੀ ਮੈਂ ਤਿਆਰ ਕੀਤੀ ਹੈ ਉਸ 'ਤੇ ਆਸਟ੍ਰੇਲੀਆ ਅਤੇ ਕਈ ਹੋਰ ਮੁਲਕਾਂ ਦੇ ਵਿੱਚ ਹਿਊਮਨ ਦੇ ਉੱਤੇ ਸੈਕੰਡ ਟ੍ਰਾਇਲ ਚੱਲ ਰਹੇ ਨੇ। ਅਸਲ ਦੇ ਵਿੱਚ ਜਿਹੜੀ ਇਹ ਰਿਪੋਰਟ ਮਿਲੀ ਹੈ, ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਮੀ ਪਹਿਲਾਂ ਅਸਲ ਦੇ ਵਿੱਚ ਇੱਕ ਬਹੁਤ ਵੱਡਾ ਬਰਤਾਨੀਆ ਦਾ ਇੰਸਟੀਚਿਊਟ ਹੈ, ਉਹਦੇ ਨਾਲ ਮਿਲ ਕੇ ਕੰਮ ਕਰਿਆ ਕਰਦੇ ਸਨ ਜਿਨ੍ਹਾਂ ਵਕਤਾਂ ਦੇ ਵਿੱਚ ਮਲੇਰੀਆ ਦੀ ਦਵਾਈ ਬਣਾਈ। ਪਰ ਸਾਲ 2017 ਦੇ ਵਿੱਚ ਸੁਮੀ ਵਿਸ਼ਵਾਸ ਨੇ ਸਪਾਈ ਬਾਇਓਟੈਕ ਨਾਂ ਦੀ ਇੱਕ ਕੰਪਨੀ ਰਜਿਸਟਰਡ ਕੀਤੀ ਹੈ। ਸਪਾਈ ਬਾਇਓਟੈਕ ਦੇ ਸੁਮੀ ਵਿਸ਼ਵਾਸ ਖੁਦ CEO ਨੇ ਅਤੇ ਉਸੇ ਕੰਪਨੀ ਦੇ ਅਧੀਨ ਇਹਨਾਂ ਨੇ ਆ ਨਵੀਂ ਵੈਕਸੀਨ ਤਿਆਰ ਕੀਤੀ ਹੈ। ਹੁਣ ਸੁਮੀ ਜੇਨਰ ਇੰਸਟੀਚਿਊਟ, ਜਿਸ ਦੇ ਵਿੱਚ ਏਡਰੀਅਨ ਹਿੱਲ ਅਤੇ ਸਾਰਾ ਗਿਲਬਰਟ, ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਮਲੇਰੀਆ ਦੀ ਦਵਾਈ ਤਿਆਰ ਕੀਤੀ ਸੀ। ਲੰਬਾ ਸਮਾਂ ਉਹਨਾਂ ਨਾਲ ਵੀ ਇਹਨਾਂ ਨੇ ਕੰਮ ਕੀਤਾ। ਅਸਲ ਦੇ ਵਿੱਚ ਉਹਦੇ ਤੋਂ ਬਾਅਦ ਜਦੋਂ ਹੁਣ ਇਹਨਾਂ ਨੇ ਆਪਣੀ ਸਪਾਈ ਬਾਇਓਟੈਕ ਬਣਾਈ, ਇਹ ਕਹਿੰਦੇ ਮੈਂ ਉਸੇ ਵਕਤ ਤੋਂ
ਆ ਜਿਹੜੇ ਵਾਇਰਸ ਨੇ ਇਹਨਾਂ ਦੇ ਉੱਤੇ ਖੋਜ ਕਰਦੀ ਆ ਰਹੀ ਸੀ, ਪਰ ਅਚਨਚੇਤ ਕੋਵਿਡ-19 ਨੇ ਕਰੋਨਾ ਵਾਇਰਸ ਨੇ ਦਸਤਕ ਦਿੱਤੀ ਤੇ ਫਿਰ ਕਹਿੰਦੇ ਮੈਂ ਦਿਨ ਰਾਤ ਇੱਧਰ ਨੂੰ ਇੱਕ ਕਰ ਦਿੱਤਾ ਤੇ ਆਖਰਕਾਰ ਉਹ ਆਪਣੀ ਦਵਾਈ ਬਣਾਉਣ ਦੇ ਵਿੱਚ ਕਾਮਯਾਬ ਹੀ ਨਹੀਂ ਹੋਏ, ਸਗੋਂ ਸੀਰਮ ਇੰਸਟੀਚਿਊਟ ਆਫ ਇੰਡੀਆ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਜਿਹੜੀ ਟੀਕੇ ਬਣਾਉਂਦੀ ਹੈ, ਵੈਕਸੀਨ ਬਣਾਉਂਦੀ ਹੈ, ਉਹਨਾਂ ਦੇ ਨਾਲ ਇਹਨਾਂ ਨੇ ਸਮਝੌਤਾ ਵੀ ਕੀਤਾ। ਉਹਨਾਂ ਨੇ ਦੱਸ ਦਿੱਤਾ ਕਿ ਇਸ ਦਾ ਸੈਕੰਡ ਟ੍ਰਾਇਲ ਮਨੁੱਖਾਂ ਦੇ ਉੱਤੇ ਬਹੁਤ ਸਫਲਤਾਪੂਰਵਕ ਚੱਲ ਰਿਹਾ ਹੈ, ਉਸ ਦੇ ਨਤੀਜੇ ਬਹੁਤ ਸਾਰਥਕ ਮਿਲ ਰਹੇ ਨੇ ਤੇ ਉਸ ਟ੍ਰਾਇਲ ਦੀ ਉਡੀਕ ਵਿੱਚ ਹੈ ਕਿ ਕਦੋਂ ਉਹ ਮੁਕੰਮਲ ਹੋਵੇ ਤੇ ਉਹਦੇ ਤੋਂ ਬਾਅਦ ਜਿਹੜੀ ਸੁਮੀ ਵਿਸ਼ਵਾਸ ਦੁਆਰਾ ਬਣਾਈ ਗਈ ਕੋਵਿਡ-19 ਦੀ ਵੈਕਸੀਨ ਹੈ ਉਹ ਬੜੀ ਜਲਦ ਹੋ ਸਕਦਾ ਕਿ ਸਫਲਤਾਪੂਰਵਕ ਦੁਨੀਆ ਦੇ ਹੱਥਾਂ ਵਿੱਚ ਹੋਵੇ ਅਤੇ ਭਾਰਤ ਦੀ ਵਿਗਿਆਨਨ ਸੁਮੀ ਵਿਸ਼ਵਾਸ ਦੀ ਘਰ ਘਰ ਚਰਚਾ ਹੋਵੇਗੀ। ਸੋ ਦੋਸਤੋ, ਇਹ ਆਪਣੇ ਆਪ ਦੇ ਵਿੱਚ ਇੱਕ ਮਹਾਨ ਅਤੇ ਵੱਡੀ ਖਬਰ ਹੈ। ਆਉਣ ਵਾਲੇ ਦਿਨਾਂ ਵਿੱਚ ਵੇਖਦੇ ਹਾਂ ਕਿ ਸੁਮੀ ਵਿਸ਼ਵਾਸ ਦੀ ਇਹ ਦਵਾਈ ਸਫਲ ਹੁੰਦੀ ਹੈ ਜਾਂ ਇਸ ਦੇ ਵਿੱਚ ਕੋਈ ਹੋਰ ਅਪਡੇਟ ਮਿਲਦੀ ਹੈ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਹੁਣ ਜਦੋਂ ਕੋਵਿਡ-19 ਦੀ ਗੱਲ ਚੱਲੀ ਹੋਈ ਹੈ, ਜਾਣਕਾਰੀ ਤੁਹਾਨੂੰ ਦੇ ਦਿਆਂ ਕਿ ਕੁਝ ਬੀਤੇ ਹਫ਼ਤੇ ਤੇ ਕੁਝ ਅਗਲੇ ਹਫ਼ਤੇ ਤੋਂ ਦੁਨੀਆ ਭਰ ਦੇ ਸਕੂਲ ਖੋਲ੍ਹਣੇ ਨੇ। ਭਾਵੇਂ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਆਪਣੀ ਪੜ੍ਹਾਈ ਆਨਲਾਈਨ ਕਰਵਾ ਰਹੀਆਂ ਨੇ, ਪਰ ਕੈਨੇਡਾ ਦੇ ਵਿੱਚ ਵੀ ਜਿਨ੍ਹਾਂ ਬੱਚਿਆਂ ਨੇ ਐਲੀਮੈਂਟਰੀ ਸਕੂਲ ਵਿੱਚ ਜਾਣਾ ਉਹਨਾਂ ਕੋਲ ਬਦਲ ਕੋਈ ਨਹੀਂ। ਜਾਂ ਤਾਂ ਉਹਨਾਂ ਨੂੰ ਸਾਰਾ ਟਾਈਮ ਫੁੱਲ ਟਾਈਮ ਸਕੂਲ ਦੇ ਵਿੱਚ ਇਨ ਪਰਸਨ ਜਾਣਾ ਪਏਗਾ, ਜਾਂ ਫਿਰ ਇੱਕ ਬਲੈਂਡਡ ਰੱਖਿਆ ਗਿਆ ਉਹਨਾਂ ਵੱਲੋਂ ਪ੍ਰੋਗਰਾਮ ਹੈ ਜਿਸ ਦੇ ਵਿੱਚ ਕੁਝ ਸਮਾਂ ਆਨਲਾਈਨ ਘਰ ਵਿੱਚ ਬੈਠ ਕੇ ਬੱਚੇ ਪੜ੍ਹ ਸਕਣਗੇ ਅਤੇ ਕੁਝ ਸਮਾਂ ਉਹਨਾਂ ਨੂੰ ਸਕੂਲਾਂ ਵਿੱਚ ਜਾਣਾ ਪਵੇਗਾ। ਪਰ ਹੁਣ ਕੈਲਗਰੀ ਦੇ ਵਿੱਚ ਹਾਲੇ 2 ਹਫ਼ਤੇ ਹੋਏ ਨੇ ਸਕੂਲ ਖੋਲ੍ਹਿਆਂ ਨੂੰ। ਕੈਲਗਰੀ ਦੇ ਵਿੱਚੋਂ 9 ਸਕੂਲਾਂ ਦੇ ਵਿੱਚ ਕੋਵਿਡ-19 ਦਾ ਪ੍ਰਕੋਪ ਫੈਲ ਗਿਆ। ਉਧਰ ਬਰਤਾਨੀਆ ਵਾਲੇ ਪਾਸੇ ਵੀ ਲਗਭਗ ਇੰਨਾ ਕੀ ਸਮਾਂ ਹੋਇਆ, ਉੱਥੇ ਵੀ 7 ਸਕੂਲਾਂ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ ਕਿ ਕੋਵਿਡ-19 ਫੈਲ ਗਿਆ। ਹੁਣ ਜਦੋਂ ਇਹ ਖਬਰਾਂ ਮਿਲੀਆਂ ਤੇ ਮਾਪੇ ਵੀ ਚਿੰਤਤ ਹੋ ਗਏ ਨੇ, ਬੱਚੇ ਵੀ ਚਿੰਤਤ ਹੋ ਗਏ ਨੇ, ਸਕੂਲ ਪ੍ਰਸ਼ਾਸਨ ਵੀ ਚਿੰਤਤ ਹੋ ਗਿਆ। ਉਧਰ ਓਨਟਾਰੀਓ ਵਾਲੇ ਪਾਸੇ ਉੱਥੋਂ ਦੇ ਮੁੱਖ ਮੰਤਰੀ ਪਹਿਲਾਂ ਹੀ ਆਖ ਚੁੱਕੇ ਨੇ ਕਿ ਜੇਕਰ ਇਹ ਪ੍ਰਕੋਪ ਵਧਿਆ ਤੇ ਹੋ ਸਕਦਾ ਅਸੀਂ ਆਪਣਾ ਕੀਤਾ ਫੈਸਲਾ ਵਾਪਸ ਲੈ ਲਈਏ, ਕਿਉਂਕਿ ਕੋਈ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚਿਆਂ ਨੂੰ ਇੱਕ ਟ੍ਰਾਇਲ ਦੇ ਤੌਰ ਤੇ ਵਰਤਿਆ ਜਾਵੇ। ਹੁਣ ਕੈਲਗਰੀ ਦੇ ਵਿੱਚੋਂ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ, ਕੈਲਗਰੀ ਕੈਥੋਲਿਕ ਸਕੂਲ ਡਿਸਟ੍ਰਿਕਟ ਹੈ ਜਿਸ ਨੂੰ CCSD ਕਹਿੰਦੇ ਨੇ, ਉਹਦੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਸੇਂਟ ਐਂਜਲਾ ਐਲੀਮੈਂਟਰੀ, ਡਿਟਾਈਨ ਮਰਸੀ ਐਲੀਮੈਂਟਰੀ, ਨੋਟਰੋ ਡੈਮ ਹਾਈ ਸਕੂਲ, ਸੇਂਟ ਵਿਲਫਰਡ ਐਲੀਮੈਂਟਰੀ, ਸੇਂਟ ਫਰਾਂਸਿਸ ਹਾਈ ਸਕੂਲ ਅਤੇ ਇਹਦੇ ਨਾਲ ਹੀ ਕੈਲਗਰੀ ਸਕੂਲ ਡਿਸਟ੍ਰਿਕਟ ਦੇ ਜਿਹੜੇ 4 ਸਕੂਲ ਨੇ, ਕੈਨੀਅਨ ਮੀਡੋਜ਼ ਸਕੂਲ, ਬਾਊਨੈਸ ਹਾਈ ਸਕੂਲ, ਲੈਸਟਰ ਬੀ ਪੀਅਰਸਨ ਹਾਈ ਸਕੂਲ ਅਤੇ ਬ੍ਰਾਈਡਲਵੁੱਡ ਸਕੂਲ, ਇਹ ਸਕੂਲਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਪਰ ਪ੍ਰਸ਼ਾਸਨ ਨੇ ਇਹ ਨਹੀਂ ਦੱਸਿਆ। ਕੋਵਿਡ ਦੇ ਮਰੀਜ਼ ਤਾਂ ਉਹ ਕਹਿੰਦੇ ਇਹਨਾਂ ਸਕੂਲਾਂ ਵਿੱਚ 9 ਦੇ ਵਿੱਚ ਆ ਗਏ ਨੇ, ਪਰ ਇਹ ਜਾਣਕਾਰੀ ਰਿਲੀਜ਼ ਨਹੀਂ ਕੀਤੀ ਕਿ ਕੀ ਬੱਚੇ ਜਾਂ ਫਿਰ ਅਧਿਆਪਕ ਇਹਨਾਂ ਦੋਵਾਂ ਵਿੱਚੋਂ ਕਿਹੜੇ ਕੋਵਿਡ ਤੋਂ ਪ੍ਰਭਾਵਿਤ ਪਾਏ ਗਏ ਨੇ। ਇਸੇ ਤਰੀਕੇ ਬਰਤਾਨੀਆ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਗ੍ਰੇਟਰ ਗਲਾਸਗੋ ਅਤੇ ਕਲਾਈਡ ਦੇ ਵਿੱਚ 7 ਸਕੂਲ ਨੇ ਜਿਨ੍ਹਾਂ ਦੇ ਵਿੱਚ ਕੋਵਿਡ-19 ਦੇ ਕਈ ਮਰੀਜ਼ ਸਾਹਮਣੇ ਆ ਗਏ ਨੇ ਤੇ ਸਾਰਿਆਂ ਨੂੰ 14 ਦਿਨ ਦੇ ਇਕਾਂਤ ਵਾਸਤੇ ਬੱਚਿਆਂ ਨੂੰ ਤੇ ਅਧਿਆਪਕਾਂ ਨੂੰ ਭੇਜ ਦਿੱਤਾ ਗਿਆ ਹੈ। ਸੋ ਜੇਕਰ ਹਫ਼ਤੇ ਵਿੱਚ 2 ਹਫ਼ਤਿਆਂ ਦੇ ਵਿੱਚ ਇੰਨੀ ਵੱਡੀ ਪੱਧਰ ਤੇ ਕੋਵਿਡ-19 ਦੇ ਮਰੀਜ਼ ਸਕੂਲਾਂ ਵਿੱਚ ਮਿਲਣੇ ਸ਼ੁਰੂ ਹੋ ਚੁੱਕੇ ਨੇ, ਸਕੂਲਾਂ ਦੇ ਵਿੱਚ ਅਲਰਟ ਜਾਰੀ ਕਰਨੇ ਪਏ ਨੇ। ਹਾਲੇ ਤਾਂ ਸਾਰੇ ਸਕੂਲ ਖੁੱਲ੍ਹੇ ਨਹੀਂ ਨੇ, ਪਰ ਇੰਨਾ ਹੀ ਨਹੀਂ ਕਿ ਬੱਚੇ ਪ੍ਰਭਾਵਿਤ ਹੋ ਜਾਣਗੇ ਜਾਂ ਅਧਿਆਪਕ ਪ੍ਰਭਾਵਿਤ ਹੋ ਜਾਣਗੇ। ਹਰ ਇੱਕ ਛੋਟੇ ਤੋਂ ਛੋਟੇ ਪਰਿਵਾਰ ਵਿੱਚ ਵੀ 4 ਜੀ ਰਹਿੰਦੇ ਆ। ਸੋ ਹੁਣ ਇਸ ਵਕਤ ਜੇਕਰ ਬ੍ਰਿਟਿਸ਼ ਕੋਲੰਬੀਆ ਤੇ ਨਜ਼ਰ ਮਾਰਦੇ ਹਾਂ ਤਾਂ ਉਹ ਕਹਿੰਦੇ ਲੋਕਾਂ ਦਾ ਮੇਲ ਮਿਲਾਪ ਇੱਕ ਦੂਸਰੇ ਨਾਲ 60% ਹੈ, ਭਾਵ 60% ਹੈ। ਜੇ ਇੱਕ ਵਿਅਕਤੀ 6 ਬੰਦਿਆਂ ਨੂੰ ਮਿਲਦਾ ਹੈ ਤਾਂ ਇਹਦਾ ਮਤਲਬ 24 ਬੰਦਿਆਂ ਨੂੰ ਤੁਹਾਡਾ ਮੇਲ ਮਿਲਾਪ ਹੋ ਗਿਆ। ਪਰ ਜਦੋਂ ਹੁਣ ਸਕੂਲ ਦੇ ਵਿੱਚ ਇਹ ਫਾਰਮੂਲਾ ਵੀ ਲਾਗੂ ਨਹੀਂ ਹੁੰਦਾ। ਸਕੂਲ ਦੇ ਵਿੱਚ ਤਾਂ ਬੱਚੇ ਕਿੰਨੇ ਬੱਚਿਆਂ ਨੂੰ ਮਿਲਦੇ ਆ। ਹੁਣ ਜਿਹੜਾ ਬੱਚਾ 6 ਜਾਂ 7 ਵਰ੍ਹਿਆਂ ਦਾ, ਉਹਨੂੰ ਕਿੰਨਾ ਕੁ ਇਲਮ ਹੈ ਕਿ ਅਸੀਂ ਐਲੂਮੀਨੀਅਮ ਹੈ ਉਹਨੂੰ ਹੱਥ ਨਹੀਂ ਲਾਉਣਾ, ਸਟੇਨਲੈਸ ਸਟੀਲ ਹੈ ਇਹਨੂੰ ਹੱਥ ਨਹੀਂ ਲਾਉਣਾ, ਸਾਰਾ ਦਿਨ ਮਾਸਕ ਪਾ ਕੇ ਰੱਖਣਾ। ਤੁਸੀਂ ਆਪ ਦੱਸਿਓ ਕਿ ਕੀ ਤੁਸੀਂ 5-7 ਘੰਟੇ ਲਗਾਤਾਰ ਮਾਸਕ ਪਹਿਨ ਕੇ ਰੱਖ ਸਕਦੇ ਹੋ? ਫਿਰ ਇੱਕ ਬੱਚਾ ਜਿਹੜਾ 6 ਜਾਂ 7 ਵਰ੍ਹਿਆਂ ਦਾ ਹੈ, ਕੀ ਉਹ ਲਗਾਤਾਰ ਮਾਸਕ ਪਹਿਨ ਕੇ ਰੱਖ ਸਕੇਗਾ? ਕਿ ਉਹ ਦੂਸਰੇ ਬੱਚੇ ਨਾਲ ਸ਼ਰਾਰਤਾਂ ਨਹੀਂ ਕਰੇਗਾ? ਕਿ ਦੂਸਰੇ ਬੱਚਿਆਂ ਨਾਲ ਹੱਥ ਪੈਰ ਮਿਲਾਏਗਾ ਨਹੀਂ?
ਸੋ ਇਹ ਲਗਾਤਾਰ ਮਾਪਿਆਂ ਦੀਆਂ ਪਰੇਸ਼ਾਨੀਆਂ ਨੇ। ਸ਼ਾਇਦ ਇਹਨਾਂ ਸਵਾਲਾਂ ਦੇ ਜਵਾਬ ਕਿਸੇ ਸਿਹਤ ਅਧਿਕਾਰੀ ਕੋਲ ਵੀ ਨਹੀਂ ਨੇ। ਹੁਣ ਆਖਿਆ ਜਾ ਰਿਹਾ ਕਿ ਘੱਟੋ ਘੱਟ 6 ਫੁੱਟ ਦਾ ਫਾਸਲਾ ਰੱਖੋ, 2 ਮੀਟਰ ਦਾ ਫਾਸਲਾ ਰੱਖੋ। ਕਿ 3 4 5 6 7 8 ਸਾਲਾਂ ਦੇ ਜਿਹੜੇ ਬੱਚੇ ਨੇ ਕਿ ਉਹ ਇਸ ਗੱਲ ਨੂੰ ਸਮਝਣਗੇ ਕਿ ਇੱਕ ਦੂਸਰੇ ਤੋਂ ਆਪਣੇ ਆਪ ਦੇ ਵਿੱਚ 2 ਮੀਟਰ ਦਾ ਫਾਸਲਾ ਰੱਖਿਆ ਜਾਵੇ? ਕਿ ਇਹ ਫਾਸਲਾ ਸਕੂਲਾਂ ਵਿੱਚ ਬਰਕਰਾਰ ਰਹਿ ਸਕੇਗਾ? ਇਹ ਬਹੁਤ ਸਾਰੇ ਸਵਾਲ ਨੇ। ਅਗਲੀ ਖਬਰ ਸੁਮੇਧ ਸੈਣੀ ਨਾਲ ਸੰਬੰਧਿਤ ਖਬਰ ਹੈ। ਤੁਹਾਨੂੰ ਪਤਾ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਮਾਣਯੋਗ ਹਾਈ ਕੋਰਟ ਨੇ, ਅਦਾਲਤ ਨੇ, ਉਹਨਾਂ ਦੀ ਅਗਾਊਂ ਜ਼ਮਾਨਤ ਵੀ ਰੱਦ ਕਰ ਦਿੱਤੀ ਸੀ, ਜਿਹੜੀ ਉਹ ਜਾਂਚ ਕਰ ਰਹੇ ਸਨ ਕਿ ਪੰਜਾਬ ਤੋਂ ਬਾਹਰ ਦੀ ਕਿਸੇ ਏਜੰਸੀ ਤੋਂ। ਹੁਣ ਇਹ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਪੁਲਿਸ ਫੋਰਸ ਦੇ ਉਹ ਖੁਦ ਮੁਖੀ ਰਹੇ ਹੋਣ, ਕਿ ਉਹਨਾਂ ਨੂੰ ਉਹਦੇ 'ਤੇ ਸ਼ੱਕ ਹੈ, ਯਕੀਨ ਨਹੀਂ। ਪਰ ਦੂਸਰੇ ਪਾਸੇ ਇੱਧਰ ਤਾਂ ਝਟਕਾ ਮਿਲਿਆ ਹੀ ਸੀ। ਖਬਰ ਮਿਲ ਰਹੀ ਹੈ ਕਿ ਸਿੱਟ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਕਰ ਰਹੀ ਹੈ। ਪਰ ਕੀ ਕਿਸੇ ਉਹ ਚੰਗੇ ਅਧਿਕਾਰੀ ਦੇ ਘਰ ਵਿੱਚ ਲੁਕੇ ਬੈਠੇ ਹੈ? ਕੀ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਲੀਡਰ ਦੇ ਘਰ ਵਿੱਚ ਫਾਰਮ ਹਾਊਸ ਦੇ ਵਿੱਚ ਲੁਕੇ ਛਿਪੇ ਬੈਠੇ ਹੈ? ਕਿਸੇ ਨਾ ਕਿਸੇ ਥਾਂ ਲੁਕੇ ਹੋਏ ਨੇ। ਪਰ ਪੰਜਾਬ ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਕਿ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸੈਣੀ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਵੇ। ਹਾਲੇ ਇਹ ਖਬਰ ਚੱਲੀ ਰਹੀ ਸੀ ਬਲਵੰਤ ਮੁਲਤਾਨੀ ਵਾਲੇ 29 ਵਰ੍ਹਿਆਂ ਵਾਲੇ ਪੁਰਾਣੇ ਕੇਸ ਵਿੱਚ, ਜਿਸ ਦੇ ਵਿੱਚ ਕਤਲ ਦਾ ਮੁਕੱਦਮਾ ਬੀਤੇ ਦਿਨੀ ਉਹਨਾਂ ਤੇ ਦਰਜ ਹੋ ਗਿਆ ਸੀ। ਹੁਣ ਇੱਕ ਹੋਰ ਕੇਸ ਹੈ, 24 ਸਾਲ ਪੁਰਾਣਾ ਕੇਸ ਹੈ, ਅਗਵਾ ਦਾ ਕੇਸ ਹੈ। ਉਹਦੇ ਵਿੱਚ ਤੁਹਾਨੂੰ ਮੈਂ ਦੱਸ ਦਿਆਂ ਕਿ 24 ਸਾਲ ਇਨਸਾਫ ਦੀ ਉਡੀਕ ਕਰਦੀ ਜਿਹਦਾ ਪੁੱਤਰ ਅਗਵਾ ਕੀਤਾ ਸੀ, ਉਹਦੀ ਮਾਂ ਇਸ ਜਹਾਨ ਤੋਂ ਰੁਖਸਤ ਹੋ ਗਈ ਹੈ, ਅਕਾਲ ਚਲਾਣਾ ਕਰ ਚੁੱਕੀ ਹੈ। ਪਰ ਉਹਨੂੰ ਜਿਉਂਦੇ ਜੀ ਇਨਸਾਫ ਮਿਲ ਨਹੀਂ ਸਕਿਆ। ਪਰ ਹੁਣ ਕੱਲ੍ਹ ਨੂੰ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਕੇਸ ਦੀ ਸੁਣਵਾਈ ਹੈ। ਹੁਣ ਬਦਲ 2 ਬਚਿਆ ਸੁਮੇਧ ਸੈਣੀ ਦੇ ਕੋਲ। ਇੱਕ ਬਦਲ ਇਹ ਹੈ ਕਿ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਇਨ ਪਰਸਨ ਪੇਸ਼ ਹੋਣਾ ਪਏਗਾ, ਸ਼ਾਮਲ ਹੋਣਾ ਪਏਗਾ ਸੁਣਵਾਈ ਦੌਰਾਨ। ਤੇ ਦੂਸਰਾ ਬਦਲ ਉਹਨਾਂ ਕੋਲ ਇਹ ਹੈ ਕਿ ਉਹ ਆਤਮ ਸਮਰਪਣ CBI ਦੇ ਕੋਲ ਕਰ ਦੇਣ। ਹੁਣ ਇਹਨਾਂ ਵਿੱਚੋਂ ਉਹ ਕਿਹੜਾ ਬਦਲ ਚੁਣਦੇ ਆ, ਇਹ ਹਾਲੇ ਆਪਾਂ ਨੂੰ ਕੁਝ ਘੰਟੇ ਹੋਰ ਉਡੀਕ ਕਰਨੀ ਪਏਗੀ। ਪਰ ਦਰਅਸਲ ਮੈਂ ਤੁਹਾਨੂੰ ਕੇਸ ਦੱਸਣਾ ਚਾਹੁੰਦਾ ਕਿ ਕੇਸ ਕੀ ਹੈ। ਅਸਲ ਦੇ ਵਿੱਚ ਪਹਿਲਾ ਕੇਸ ਬਲਵੰਤ ਮੁਲਤਾਨੀ ਵਾਲਾ ਦਸੰਬਰ 1991 ਦਾ ਸੀ, ਜਦੋਂ ਬਲਵੰਤ ਸਿੰਘ ਮੁਲਤਾਨੀ ਨੂੰ ਉਸਦੇ ਘਰ ਦੇ ਵਿੱਚੋਂ ਜ਼ਬਰੀ ਅਗਵਾ ਕੀਤਾ ਗਿਆ, ਚੁੱਕ ਲਿਆ ਗਿਆ, ਖਪਾ ਦਿੱਤਾ ਗਿਆ। ਪਰ ਜਿਹੜਾ ਆਹ ਕੇਸ ਹੈ, ਇਹ ਕੇਸ 15 ਮਾਰਚ ਤੇ 1994 ਦਾ ਹੈ। 15 ਮਾਰਚ ਤੇ 1994 ਨੂੰ ਵਿਨੋਦ ਕੁਮਾਰ, ਉਸ ਦੇ ਜੀਜਾ ਜੀ ਅਸ਼ੋਕ ਕੁਮਾਰ ਅਤੇ ਉਹਨਾਂ ਦੇ ਡਰਾਈਵਰ ਮੁਖਤਿਆਰ ਨੂੰ ਅਗਵਾ ਕੀਤਾ ਜਾਂਦਾ ਹੈ। ਇਹਨਾਂ ਦੇ ਵਿੱਚੋਂ ਵਿਨੋਦ ਤੇ ਮੁਖਤਿਆਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਪਾਰਕਿੰਗ ਲਾਟ ਦੇ ਵਿੱਚੋਂ ਚੁੱਕਿਆ ਜਾਂਦਾ ਹੈ ਤੇ ਸੇਮ ਡੇ ਉਸੇ ਦਿਨ ਅਸ਼ੋਕ ਕੁਮਾਰ ਨੂੰ ਲੁਧਿਆਣਾ ਦੇ ਵਿੱਚੋਂ ਚੁੱਕ ਲਿਆ ਜਾਂਦਾ ਹੈ। ਬਾਅਦ ਦੇ ਵਿੱਚ ਪਤਾ ਨਹੀਂ ਗਏ ਕਿੱਥੇ। ਉਹਦੇ ਤੋਂ ਬਾਅਦ ਵਿਨੋਦ ਦੀ ਮਾਂ ਅਮਰ ਕੌਰ ਨੇ ਇਸ ਕੇਸ ਦੀ ਪੈਰਵੀ ਸ਼ੁਰੂ ਕਰ ਦਿੱਤੀ। 2004 ਦੇ ਵਿੱਚ ਉਹਨਾਂ ਨੇ ਮਾਣਯੋਗ ਅਦਾਲਤ ਨੂੰ ਅਪੀਲ ਕੀਤੀ ਕਿ IPS ਅਫਸਰ ਹੈ ਇਸ ਵਕਤ ਸੁਮੇਧ ਸੈਣੀ, ਇਹਦਾ ਆਲੇ ਦੁਆਲੇ ਪ੍ਰਭਾਵ ਬਹੁਤ ਹੈ ਪੰਜਾਬ ਦੇ ਵਿੱਚ, ਮੈਨੂੰ ਉਮੀਦ ਨਹੀਂ ਕਿ ਇਹ ਸਾਡੇ ਕੇਸ ਨੂੰ ਕਿਸੇ ਤਣ ਪੱਤਣ ਲੱਗਣ ਦੇਵੇਗਾ। ਸਾਰੇ ਅਧਿਕਾਰੀ, ਸਾਰੇ ਅਫਸਰ ਇਹਦੇ ਪ੍ਰਭਾਵ ਅਧੀਨ ਨੇ, ਸਾਡਾ ਕੇਸ ਪੰਜਾਬ ਤੋਂ ਬਾਹਰ ਤਬਦੀਲ ਕਰ ਦਿੱਤਾ ਜਾਵੇ। ਇਹ ਕੇਸ ਅਮਰ ਕੌਰ ਦੇ ਕਹਿਣ ਦੇ ਉੱਤੇ ਇਸ ਵਕਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਤਬਦੀਲ ਕਰਕੇ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ, ਜਿਸ ਦੀ ਸੁਣਵਾਈ ਕੱਲ੍ਹ ਨੂੰ ਨਿਰਧਾਰਤ ਹੈ। ਪਰ ਮੈਂ ਤੁਹਾਨੂੰ ਦੱਸ ਦਿਆਂ ਕਿ 12 ਦਸੰਬਰ ਤੇ ਸਾਲ 2017 ਨੂੰ ਅਮਰ ਕੌਰ ਆਪਣੇ ਪੁੱਤਰ ਦੀ ਤਲਾਸ਼ ਵਿੱਚ, ਇਨਸਾਫ ਵਿੱਚ ਭਟਕਦੀ ਆਖਰਕਾਰ ਅਕਾਲ ਚਲਾਣਾ ਕਰ ਗਈ ਸੀ। ਪਰ ਹੁਣ ਆਹ ਕੇਸ, ਕਿਉਂਕਿ ਪਹਿਲੇ ਕੇਸ ਦੇ ਵਿੱਚ ਹੀ ਲਗਭਗ ਐਨ ਤੜਾਮਾਂ ਕੱਸੀਆਂ ਪਈਆਂ ਨੇ, ਭੱਜੇ ਹੋਏ ਨੇ, ਭਗੌੜੇ ਨੇ। ਪਰ ਆਹ ਦੂਸਰੇ ਕੇਸ ਦੀ ਸੁਣਵਾਈ ਇੱਕ ਵਾਰ ਫੇਰ ਕਿਸੇ ਵੀ ਤਰ੍ਹਾਂ ਦੀ ਗਾਜ਼, ਕਿਸੇ ਵੀ ਤਰ੍ਹਾਂ ਦੀ ਤਲਵਾਰ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਤੇ ਡਿੱਗਣ ਵਾਲੀ ਹੈ। ਭਾਵ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਕੇਸ ਤੋਂ ਬਾਅਦ ਦੂਸਰੇ ਕੇਸ ਦੀ ਸੁਣਵਾਈ ਲਗਾਤਾਰ ਖੁੱਲ੍ਹਦੀ ਜਾ ਰਹੀ ਹੈ। ਹੁਣ ਕੱਲ੍ਹ ਨੂੰ ਭਾਰਤ ਦੀ ਸੁਪਰੀਮ ਕੋਰਟ ਵਿੱਚ ਕੀ ਫੈਸਲਾ ਆਉਂਦਾ, ਕੀ ਉਹ ਆਤਮ ਸਮਰਪਣ ਕਰਦੇ ਆ, ਕੀ ਉਹ ਖੁਦ ਜਾ ਕੇ ਪੇਸ਼ ਹੁੰਦੇ ਆ, ਇਹ ਕੱਲ੍ਹ ਨੂੰ ਜੋ ਵੀ ਅਪਡੇਟ ਹੋਈ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ।
ਪਰ ਉਹਨਾਂ ਦੀ ਛਾਪੇਮਾਰੀ ਇਸ ਵਕਤ ਫੜਨ ਦੇ ਵਾਸਤੇ ਪੰਜਾਬ ਦੇ ਵਿੱਚ, ਦਿੱਲੀ ਵਿੱਚ, ਹਰਿਆਣੇ ਵਿੱਚ, ਯੂਪੀ ਵਿੱਚ ਵੱਖੋ-ਵੱਖ ਥਾਵਾਂ ਤੇ ਸਿੱਟ ਵੱਲੋਂ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਉਹ ਕਿਸੇ ਦੇ ਹੱਥ ਨਹੀਂ ਆਏ। ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਨਾਰਥ ਮਿਆਮੀ ਬੀਚ ਦੇ ਵਿੱਚੋਂ ਇੱਕ ਮੰਦਭਾਗੀ ਖਬਰ ਮਿਲ ਰਹੀ ਹੈ। 29 ਵਰ੍ਹਿਆਂ ਦਾ ਨੌਜਵਾਨ ਲੂਇਸ ਪੇਜਸ, ਉਹਨੇ ਆਪਣੀ 59 ਵਰ੍ਹਿਆਂ ਦੀ ਮਾਂ ਮਰੀਅਮ ਦਾ ਕਤਲ ਕਰ ਦਿੱਤਾ ਹੈ। ਕਤਲ ਦੀ ਵਜ੍ਹਾ ਬੜੀ ਕਮਾਲ ਜੀ ਹੈ, ਅਜੀਬ ਹੈ। ਇਹ ਕਿਸੇ ਹੋਰ ਨੇ ਨਹੀਂ ਦੱਸੀ, ਇਹ ਖੁਦ ਲੂਇਸ ਨੇ ਦੱਸੀ ਹੈ। ਉਹ ਕਹਿੰਦੇ ਬੀਤੇ ਐਤਵਾਰ ਦੀ ਕਹਾਣੀ ਹੈ, ਸਾਡਾ ਥੋੜ੍ਹਾ ਬਹੁਤ ਝਗੜਾ ਹੋਇਆ ਤੇ ਮੈਂ ਕਾਰ ਦੀ ਮੰਗ ਕੀਤੀ ਆ ਬੀਤੇ ਸੋਮਵਾਰ ਨੂੰ, ਕਿਉਂਕਿ ਸੋਮਵਾਰ ਨੂੰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਲੇਬਰ ਡੇ ਦੀ ਛੁੱਟੀ ਸੀ, ਭਾਵ ਲੌਂਗ ਵੀਕਐਂਡ ਸੀ। ਕਹਿੰਦੇ ਮੈਂ ਆਪਣੀ ਮਾਂ ਨੂੰ ਕਿਹਾ ਮੈਂ ਕੰਮ ਲੱਭਣ ਜਾਣਾ, ਮੈਨੂੰ ਆਪਣੀ ਕਾਰ ਦੇ ਦੇ। ਕਹਿੰਦੇ ਮੇਰੀ ਮਾਂ ਨੇ ਕਿਹਾ ਕਿ ਅੱਜ ਛੁੱਟੀ ਦਾ ਦਿਨ ਹੈ, ਕਿਹੜਾ ਕੰਮ ਖੁੱਲ੍ਹਾ ਹੈ, ਕਿਹਦੇ ਕੋਲ ਤੂੰ ਜਾਵੇਂਗਾ, ਕਿੱਥੇ ਕੰਮ ਲੱਭੇਗਾ, ਘਰ ਬਹਿ ਜਾ ਟਿੱਕੇ। ਉਹ ਕਹਿੰਦਾ ਮੈਨੂੰ ਗੁੱਸਾ ਲੱਗਿਆ। ਉਹਦੇ ਤੋਂ ਬਾਅਦ ਕਹਿੰਦੇ ਮੈਂ ਔਰੇਂਜ ਜੂਸ ਮੰਗਿਆ, ਮਾਂ ਨਾਲ ਮੇਰਾ ਫਿਰ ਝਗੜਾ ਹੋਇਆ। ਫਿਰ ਕਹਿੰਦੇ ਏਸੀ ਦਾ ਰਿਮੋਟ ਕੰਟਰੋਲ ਉਹਦੇ ਤੋਂ ਝਗੜਾ ਹੋ ਗਿਆ ਤੇ ਮੈਂ ਆਪਣਾ ਆਪ ਗਵਾ ਬੈਠਿਆ। ਮੈਂ ਕਹਿੰਦਾ ਗਨ ਚੱਕੀ, ਗਨ ਚੁੱਕ ਕੇ ਜਿੰਨੀਆਂ ਵੀ ਗੋਲੀਆਂ ਸੀ ਇੱਕ ਇੱਕ ਕਰਕੇ ਆਪਣੇ ਮਾਂ ਦੇ ਵਿੱਚ ਦੀ ਲੰਘਾ ਦਿੱਤੀਆਂ। ਹੁਣ ਉਹਦੇ ਤੋਂ ਬਾਅਦ ਉਹਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਬਚ ਗਿਆ ਤੇ ਫਿਰ 911 ਫੋਨ ਕਰਕੇ ਪੁਲਿਸ ਨੂੰ ਸਾਰੀ ਘਟਨਾ ਦੀ ਜਾਣਕਾਰੀ ਵੀ ਦੇ ਦਿੱਤੀ। ਹੁਣ ਲੂਇਸ ਨੂੰ ਸੈਕੰਡ ਡਿਗਰੀ ਕਤਲ ਕੇਸ ਦੇ ਵਿੱਚ, ਦੂਸਰੇ ਦਰਜੇ ਦੇ ਕਤਲ ਕੇਸ ਵਿੱਚ ਉਹਦੇ ਤੇ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ। ਸਲਾਖਾਂ ਦੇ ਪਿੱਛੇ ਬੈਠਾ ਇਸ ਵਕਤ। ਹੁਣ ਹੈਰਾਨੀ ਦੀ ਹੱਦ ਇਹ ਹੈ ਕਿ ਇੱਕ ਮਾਂ ਤੇ ਇੱਕ ਪੁੱਤ, ਬਾਹਰ ਦਾ ਵਿਅਕਤੀ ਕੋਈ ਨਹੀਂ। ਅਸੀਂ ਭਾਵੇਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਜਾਂ ਇਸ ਭਾਈਚਾਰੇ ਦੀ ਗੱਲ ਕਰੀਏ ਜਾਂ ਦੁਨੀਆਦਾਰੀ ਦੀ ਗੱਲ ਕਰੀਏ, ਹੈਰਾਨੀ ਦੀ ਹੱਦ ਇਹ ਹੈ ਕਿ ਜਿਹੜੀ ਮਾਂ ਸਾਨੂੰ ਪਾਲਦੀ ਹੈ, ਵੱਡਾ ਕਰਦੀ ਹੈ, ਸਾਨੂੰ ਤਾਲੀਮ ਦਿੰਦੀ ਹੈ, ਕਿ ਅਸੀਂ ਉਸ ਦੀ ਕਿਸੇ ਗੱਲ ਦਾ ਜੇਕਰ ਸਾਨੂੰ ਉਹ ਜਵਾਬ ਦੇ ਦਿੰਦੀ ਹੈ ਜਾਂ ਮਾਪੇ ਜਵਾਬ ਦੇ ਦਿੰਦੇ ਨੇ ਕਿ ਅਸੀਂ ਬਿਲਕੁਲ ਸਹਿਣ ਨਹੀਂ ਕਰ ਸਕਦੇ, ਕਿ ਸਾਡੇ 'ਚੋਂ ਸਹਿਣਸ਼ੀਲਤਾ ਖਤਮ ਹੋ ਗਈ ਹੈ। ਔਰ ਤਰਕ ਦੀ ਗੱਲ ਹੈ, ਜੇ ਇਹਨਾਂ ਮੁਲਕਾਂ ਦੇ ਵਿੱਚ ਛੁੱਟੀ ਹੈ ਤਾਂ ਛੁੱਟੀ ਹੈ, ਫਿਰ ਕਿਹੜੇ ਕੰਮ ਦੀ ਤਲਾਸ਼ ਦੇ ਵਿੱਚ ਜਾਣਾ ਸੀ। ਬਸ ਇੱਥੋਂ ਮਾਮਲਾ ਭਖਦਾ ਆਖਰਕਾਰ ਉਸਨੇ ਆਪਣੇ ਮਾਂ ਦੀ ਜਾਨ ਲੈ ਲਈ। ਇਹ ਆਪਣੇ ਆਪ ਦੇ ਵਿੱਚ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਤੇ ਹੁਣ ਜਿਹੜੀ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਇਹ ਹੈ ਕਿ ਤੁਹਾਨੂੰ ਯਾਦ ਹੋਣਾ ਕਿ ਬੀਤੇ ਕੁਝ ਕੁ ਦਿਨ ਪਹਿਲਾਂ ਜਲੰਧਰ ਦੇ ਵਿੱਚ ਦੀਨ ਦਿਆਲ ਨਗਰ ਦੇ ਵਿੱਚ ਕੁਸਮ ਨਾਂ ਦੀ ਇੱਕ 15 ਵਰ੍ਹਿਆਂ ਦੀ ਮੁਟਿਆਰ, ਹੁਣ ਪੜ੍ਹਨ ਵਾਲੀ ਲੜਕੀ ਹੈ, ਟਿਊਸ਼ਨ ਤੇ ਜਾਣਾ, ਟਿਊਸ਼ਨ ਤੇ ਆਉਣਾ ਰੋਜ਼ਾਨਾ ਦਾ ਉਹਦਾ ਕੰਮ ਹੈ। ਮਾਪਿਆਂ ਨੇ ਉਸ ਨੂੰ ਫੋਨ ਲੈ ਕੇ ਦਿੱਤਾ ਕਿਉਂਕਿ ਲਗਭਗ ਹਰ ਇੱਕ ਬੱਚੇ ਦੀ ਡਿਮਾਂਡ ਵੀ ਹੈ ਤੇ ਉਹਨਾਂ ਦੀ ਕਈਆਂ ਦੀ ਜ਼ਰੂਰਤ ਵੀ ਹੈ। ਹੁਣ ਦੋ ਲੁਟੇਰੇ ਆਉਂਦੇ ਆ, ਠੱਗ ਆਉਂਦੇ ਆ, ਮੋਟਰਸਾਈਕਲ ਤੇ ਸਵਾਰ ਹੈ। ਤੁਹਾਡੇ ਵਿੱਚੋਂ ਬਹੁਤਿਆਂ ਨੇ ਉਹ ਵੀਡੀਓ ਦੇਖਿਆ ਹੋਣਾ ਕਿ ਉਹਦੇ ਹੱਥ 'ਚੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਦੇ ਆ ਜਦੋਂ ਉਹ ਤੁਰੀ ਆ ਰਹੀ ਸੀ ਤੇ ਆਪਣੇ ਡੈਡ ਨੂੰ ਡਾਇਲ ਕਰ ਰਹੀ ਸੀ। ਪਰ ਲੜਕੀ ਨੇ ਦਲੇਰੀ ਨਾਲ ਇੰਨਾ ਕੁ ਟਾਕਰਾ ਕੀਤਾ ਕਿ ਮੋਬਾਈਲ ਫੋਨ ਨਹੀਂ ਛੱਡਿਆ। ਪਰ ਉਹਨਾਂ ਵਿੱਚੋਂ ਇੱਕ ਲੁਟੇਰੇ ਨੇ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਹਰ ਸੰਭਵ ਕੋਸ਼ਿਸ਼ ਕੀਤੀ, ਕੁੜੀ ਦੇ ਹੱਥ ਉੱਤੇ ਦਾਤਰ ਨਾਲ ਵਾਰ ਵੀ ਕੀਤੇ। ਉਹ ਦਾਤਰ ਨਾਲ ਕਰ ਰਹੇ ਵਾਰਾਂ ਦੀ ਪਰਵਾਹ ਨਾ ਕਰਦੀ ਹੋਈ ਨੇ ਵੀ ਇੱਕ ਲੁਟੇਰੇ ਨੂੰ ਦਬੋਚ ਲਿਆ, ਫੜ ਲਿਆ। ਲੋਕਾਂ ਨੇ ਆਵਾਜ਼ ਸੁਣ ਕੇ ਬਾਹਰ ਨਿਕਲਿਆ ਤੇ ਉਹਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਤੇ ਬਾਅਦ ਦੇ ਵਿੱਚ ਦੂਸਰੇ ਦੀ ਵੀ ਗ੍ਰਿਫਤਾਰੀ ਹੋ ਗਈ। ਪਤਾ ਲੱਗ ਗਿਆ ਸੀ ਕਿ ਬੰਦਿਆਂ ਦਾ ਪਹਿਲਾਂ ਹੀ ਅਪਰਾਧਿਕ ਪਿਛੋਕੜ ਹੈ ਤੇ ਕੁਝ ਕੁ ਸਮਾਂ ਪਹਿਲਾਂ ਹੀ ਇਹ ਚੋਰ ਉਚੱਕੇ ਸਨ, ਜ਼ਮਾਨਤ ਤੇ ਰਿਹਾ ਹੋ ਕੇ ਆਏ ਸੀ। ਉਹਦੇ ਤੋਂ ਬਾਅਦ ਉਹਨੂੰ ਪੰਜਾਬ ਸਰਕਾਰ ਵੱਲੋਂ ਵੀ ਇਨਾਮ ਮਿਲਿਆ। ਬੇਟੀ ਪੜ੍ਹਾਓ ਬੇਟੀ ਬਚਾਓ ਮੁਹਿੰਮ ਦੇ ਵਿੱਚ ਵੀ ਕਹਿੰਦੇ ਸੀ ਕੁਸਮ ਦਾ ਜ਼ਿਕਰ ਹੋਏਗਾ। ਭਾਵੇਂ ਕੁਝ ਵੀ ਸੀ, ਪਰ ਇਹਦੇ ਨਾਲ ਮੈਂ ਇੱਕ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇਕਰ ਪੰਜਾਬ ਤੋਂ ਪੜ੍ਹਨ ਵਾਸਤੇ ਤੁਸੀਂ ਕਿਸੇ ਬਾਹਰਲੇ ਮੁਲਕ ਵਿੱਚ ਆ ਗਏ ਤਾਂ ਇਸ ਤਰ੍ਹਾਂ ਦੀ ਦਲੇਰੀ ਕਿਸੇ ਬਾਹਰਲੇ ਮੁਲਕ ਵਿੱਚ ਦਿਖਾਉਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਇੱਥੋਂ ਦਾ ਕਾਨੂੰਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ। ਤੁਹਾਨੂੰ ਕਿਸੇ ਨੇ ਇਨਾਮ ਨਹੀਂ ਦੇਣਾ। ਸੂਰਜਦੀਪ ਆਪਣੇ ਮੋਬਾਈਲ ਫੋਨ ਨੂੰ ਬਚਾਉਂਦਾ ਆਪਣੀ ਜਾਨ ਤੋਂ ਹੱਥ ਧੋ ਬੈਠਿਆ। ਹਾਲੇ ਕੁਝ ਦਿਨ ਪਹਿਲਾਂ ਦੀ ਗੱਲ ਹੈ, ਬਰੈਂਪਟਨ ਦੇ ਵਿੱਚ ਇਹ ਮੰਦਭਾਗੀ ਘਟਨਾ ਵਾਪਰੀ ਸੀ। ਸੋ ਇਸ ਕਰਕੇ ਪਰ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਕੁਸਮ ਦੀ ਬੱਲੇ ਬੱਲੇ ਹੈ। ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਬੱਚੀ ਦਾ ਮੈਂ 골ਡ ਮੈਡਲ ਨਾਲ ਸਨਮਾਨ ਕਰਾਂਗਾ। ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜੇ ਆ ਲੁਟੇਰੇ ਨੇ ਭਾਵੇਂ ਕਿਸੇ ਕਿਸਮ ਦੇ ਨੇ, ਕੁਸਮ ਤੋਂ ਪ੍ਰੇਰਨਾ ਲਈਏ ਕਿ ਅਸੀਂ ਇਹਨਾਂ ਦਾ ਡਟ ਕੇ ਟਾਕਰਾ ਕਰੀਏ। ਤੇ ਨਾਲ ਸਭ ਤੋਂ ਅਹਿਮ ਗੱਲ ਇਹ ਹੈ ਕਿ ਉਹਨਾਂ ਨੇ ਉਹ ਡਾਕਟਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਕੁਸਮ ਦੇ ਵੱਡੇ ਗੁੱਟ ਦਾ ਇਲਾਜ ਬਗੈਰ ਪੈਸੇ ਲੈ ਕੀਤਾ।
ਇਹ ਆਪਣੇ ਆਪ ਦੇ ਵਿੱਚ ਇੱਕ ਵਧੀਆ ਗੱਲ ਹੈ। ਆਮ ਤੌਰ ਤੇ ਇਹ ਪੇਸ਼ਾ ਵੀ ਬਹੁਤ ਲਾਲਚ ਵਾਲਾ ਹੁੰਦਾ ਜਾ ਰਿਹਾ ਹੈ, ਪਰ ਕੁਸਮ ਦਾ ਇਲਾਜ ਬਗੈਰ ਪੈਸੇ ਲੈ ਕਰਨਾ ਇਹ ਇੱਕ ਬਹੁਤ ਸ਼ਲਾਘਾਯੋਗ ਕੰਮ ਹੈ। ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਕੈਨੇਡੀਅਨ ਲੋਕਾਂ ਦੇ ਵਾਸਤੇ ਬਹੁਤ ਅਹਿਮ ਖਬਰ ਹੈ, ਕਿਉਂਕਿ ਇੱਥੋਂ ਜਦੋਂ ਵਿਆਜ ਦਰ ਵੱਧਦੀ ਹੈ ਘਟਦੀ ਹੈ, ਉਹਦੇ ਨਾਲ ਲਗਭਗ ਸਾਰੇ ਕੰਮਾਂ ਦੇ ਉੱਤੇ ਜਿੱਥੇ ਅਸਰ ਪੈਂਦਾ ਹੈ, ਉੱਥੇ ਲੋਕਾਂ ਨੂੰ ਘਰ ਲੈਣੇ, ਖਰੀਦਣੇ, ਵੇਚਣੇ ਬੜੇ ਔਖੇ ਜਾਂ ਸੁਖਾਲੇ ਹੁੰਦੇ ਨੇ। ਇਸ ਪੈਂਡੈਮਿਕ ਦੇ ਕਾਰਨ ਮਹਾਮਾਰੀ ਦੇ ਚਲਦਿਆਂ ਬੀਤੇ ਮਾਰਚ ਮਹੀਨੇ ਤੋਂ ਸਭ ਤੋਂ ਵਿਆਜ ਦਰ ਘੱਟ ਤੇ ਹੇਠਲੇ ਪੱਧਰ ਤੇ 0.25% ਦੇ ਉੱਤੇ ਬੈਂਕ ਆਫ ਕੈਨੇਡਾ ਦਾ ਓਵਰਨਾਈਟ ਲੈਂਡਿੰਗ ਰੇਟ ਚੱਲ ਰਿਹਾ ਹੈ। ਪਰ ਲੱਗਦਾ ਸੀ ਕਿ ਸ਼ਾਇਦ ਇਸ ਦੇ ਵਿੱਚ ਕੋਈ ਤਬਦੀਲੀ ਹੋਏਗੀ ਜਾਂ ਨਹੀਂ ਹੋਏਗੀ, ਪਰ ਅੱਜ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਇਹ ਆਖ ਦਿੱਤਾ ਹੈ ਕਿ ਇਸ ਵਕਤ ਇਨਫਲੇਸ਼ਨ ਜਿਹੜੀ ਅਸੀਂ ਵੇਖ ਰਹੇ ਹਾਂ ਕਿ ਜਿਹੜਾ ਟੀਚਾ ਹੋਣਾ ਚਾਹੀਦਾ ਸੀ ਉਹਦੇ ਤੋਂ ਕਿਤੇ ਸੁਸਤ ਚੱਲ ਰਹੀ ਹੈ। ਇਸ ਕਰਕੇ ਹਾਲ ਦੀ ਘੜੀ ਇਸ ਰੇਟ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਪਰ ਉਹਨਾਂ ਕਿਹਾ ਕਿ ਜਿਹੜੀਆਂ ਜੌਬਸ ਨੇ, ਸਾਨੂੰ ਲੱਗਦਾ ਸੀ ਕਿ ਰਿਕਵਰੀ ਬਹੁਤ ਵਧੀਆ ਤਰੀਕੇ ਨਾਲ ਹੋਏਗੀ, ਜਿੰਨੇ ਤਰੀਕੇ ਨਾਲ ਰਿਕਵਰੀ ਹੋਣੀ ਚਾਹੀਦੀ ਉਹ ਰਿਕਵਰੀ ਤਾਂ ਨਹੀਂ ਹੋ ਸਕੀ। ਇਸ ਕਰਕੇ ਅਸੀਂ ਇਹ ਓਵਰਨਾਈਟ ਲੈਂਡਿੰਗ ਰੇਟ 0.25% ਤੇ ਹੀ ਰੱਖਾਂਗੇ। ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਬਾਉਂਸ ਬੈਕ ਗਤੀਵਿਧੀ ਜੁਲਾਈ ਵਿੱਚ ਸੀ ਉਹ ਕੋਈ ਇੰਨੀ ਮਾੜੀ ਵੀ ਨਹੀਂ ਸੀ, ਉਹ ਪਹਿਲਾਂ ਨਾਲੋਂ ਸਾਨੂੰ ਲੱਗਦਾ ਸੀ ਅੰਦਾਜ਼ਿਆਂ ਨਾਲੋਂ ਕਾਫੀ ਚੰਗੀ ਰਹੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਉਮੀਦ ਕਰਦੇ ਹਾਂ ਕਿ ਕੈਨੇਡਾ ਦੀ ਆਰਥਿਕਤਾ ਆਪਣੀ ਲੀਹ ਦੇ ਉੱਤੇ, ਪਟੜੀ ਦੇ ਉੱਤੇ ਚੜ੍ਹਨ ਦੇ ਵਾਸਤੇ ਕਾਫੀ ਜੱਦੋ-ਜਹਿਦ ਕਰ ਰਹੀ ਹੈ। ਪਰ ਕੈਨੇਡੀਅਨ ਲੋਕਾਂ ਦੇ ਵਾਸਤੇ ਇਹ ਇੱਕ ਚੰਗੀ ਖਬਰ ਸੀ ਕਿ ਇਸ ਮੰਦੀ ਦੇ ਦੌਰ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਆਪਣਾ ਓਵਰਨਾਈਟ ਲੈਂਡਿੰਗ ਰੇਟ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ। ਸੋ ਦੋਸਤੋ, ਇਹ ਕੁਝ ਖਬਰਾਂ ਸਨ ਜਿਨ੍ਹਾਂ ਦਾ ਮੈਂ ਵਿਸਥਾਰ ਤੁਹਾਡੇ ਨਾਲ ਸਾਂਝਾ ਕੀਤਾ। ਜੇਕਰ ਤੁਹਾਨੂੰ ਇਹ ਖਬਰਾਂ ਦੀ ਜਾਣਕਾਰੀ ਪੁਖਤਾ ਲੱਗੀ ਤਾਂ ਅੱਗੇ ਸ਼ੇਅਰ ਵੀ ਕਰ ਦਿਓ, ਲਾਈਕ ਕਰਨ ਦੀ ਕੋਸ਼ਿਸ਼ ਵੀ ਕਰਿਓ, ਅਤੇ ਜੇਕਰ ਹਾਲੇ ਤੱਕ ਸਾਡਾ ਇਹ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਜ਼ਰੂਰ ਕਰ ਲੈਣਾ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।